सत श्री अकाल जी सारिਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਮੈਂ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਤੁਹਾਨੂੰ ਕਰਵਾਉਣ ਜਾ ਰਿਹਾ ਹਾਂ। ਸਕੀਮਾਂ ਬੱਚਿਆਂ ਲਈ ਅਤੇ ਔਰਤਾਂ ਲਈ। ਠੀਕ ਹੈ, ਬੱਚਿਆਂ ਤੇ ਔਰਤਾਂ ਲਈ ਜੋ ਸਕੀਮਾਂ ਚੱਲ ਰਹੀਆਂ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ, ਉਹ ਸਾਰੀਆਂ ਮੈਂ ਤੁਹਾਨੂੰ ਕਰਵਾਊਂਗਾ ਅੱਜ। ਠੀਕ ਹੈ, ਇਹਨਾਂ ਵਿੱਚੋਂ ਕਾਫੀ ਕੁਐਸਚਨ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ। ਠੀਕ ਹੈ, ਤੁਹਾਡੇ ਲਈ ਮੈਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਸਪੈਸ਼ਲ ਨੋਟਸ ਤਿਆਰ ਕੀਤੇ ਹੈ ਅਤੇ ਮੌਕ ਟੈਸਟ ਤਿਆਰ ਕੀਤੇ ਹੈ। ਠੀਕ ਹੈ, ਇੱਕ ਵਾਰੀ ਦਿਖਾ ਦਿੰਦਾ ਤੁਹਾਨੂੰ। ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਜੋ ਤੁਹਾਡਾ ਟੌਪਿਕ ਹੈ, ਉਸਦੇ ਇੱਕ ਇੱਕ ਟੌਪਿਕ ਨੂੰ ਚੱਕ ਕੇ ਸਿਲੇਬਸ ਦੇ ਅਕੋਰਡਿੰਗ ਥਿਊਰੀ ਅਤੇ MCQ ਇਹਨਾਂ ਨੋਟਸਾਂ ਦੇ ਵਿੱਚ ਤੁਹਾਨੂੰ ਮਿਲਣਗੇ। ਠੀਕ ਹੈ, ਨੀਚੇ ਤੁਹਾਨੂੰ ਮਿਲਣਗੇ ਮੌਕ ਟੈਸਟ। ਠੀਕ ਹੈ, ਮੌਕ ਟੈਸਟਾਂ ਦੇ ਨਾਲ ਆਨਸਰ ਕੀ ਮਿਲੇਗੀ। ਮੌਕ ਟੈਸਟ, ਹਰੇਕ ਮੌਕ ਟੈਸਟ ਵਿੱਚ 100 ਕੁਐਸਚਨ ਆਉਣਗੇ। ਜਿੰਨੇ ਵੀ ਤੁਹਾਡੇ ਸਿਲੇਬਸ ਦੇ ਵਿੱਚ ਸਬਜੈਕਟ ਹੈ, ਪੰਜਾਬੀ, ਇੰਗਲਿਸ਼, ਰੀਜ਼ਨਿੰਗ, ਮੈਥ, ਠੀਕ ਹੈ, GK, ਸਾਰਿਆਂ ਦੇ ਇਹ ਮੌਕ ਟੈਸਟਾਂ ਦੇ ਵਿੱਚ ਕੁਐਸਚਨ ਪਾਏ ਗਏ ਹੈ। ਹਰੇਕ ਮੌਕ ਟੈਸਟ ਵਿੱਚ 100 ਕੁਐਸਚਨ ਹੈ, ਅਲੱਗ-ਅਲੱਗ ਸਬਜੈਕਟਾਂ ਦੇ 5 ਮੌਕ ਟੈਸਟ ਮਿਲਣਗੇ। ਠੀਕ ਹੈ, ਨੀਚੇ ਤੁਹਾਨੂੰ ਮਿਲੇਗੀ ਆਨਸਰ ਕੀ ਅਤੇ ਮੈਥ ਅਤੇ ਰੀਜ਼ਨਿੰਗ ਦਾ ਸਲਿਊਸ਼ਨ ਵੀ ਦਿੱਤਾ ਗਿਆ ਹੈ। ਠੀਕ ਹੈ, ਸੋ ਇਸ ਤਰ੍ਹਾਂ ਹੀ ਬਣਾਏ ਗਏ ਹੈ। ਜੇ ਤੁਸੀਂ ਇਹ ਨੋਟਸ ਤੇ ਮੌਕ ਟੈਸਟ ਦੀ PDF ਲੈਣਾ ਚਾਹੁੰਦੇ ਹੋ ਤਾਂ ਕਿਵੇਂ ਲੈ ਸਕਦੇ ਹੋ, ਮੈਂ ਦੱਸ ਦਿੰਦਾ। ਇਹਨਾਂ ਨੂੰ ਲੈਣ ਲਈ ਤੁਸੀਂ ਮੇਰੇ ਇਸ ਨੰਬਰ ਦੇ ਉੱਤੇ Google Pay, फ़ोनपे ਜਾਂ Paytm ਕਰ ਸਕਦੇ ਹੋ। ਇਹੀ ਮੇਰਾ WhatsApp ਦਾ ਨੰਬਰ ਹੈ। ਠੀਕ ਹੈ, ਸਕਰੀਨਸ਼ਾਟ ਲੈ ਲਓ ਇਸ ਦਾ। ਹਰਮਨਦੀਪ ਸਿੰਘ ਨਾਮ ਆਏਗਾ। ਜੋ ਤੁਸੀਂ ਪੇਮੈਂਟ ਕਰੋਗੇ ਤਾਂ ਇਸ ਦਾ ਪ੍ਰਾਈਜ਼ ਆ ਸਿਰਫ 200। ਠੀਕ ਹੈ, ਪਹਿਲਾਂ ਮੈਂ 300 ਰੱਖਿਆ ਸੀ ਇਸ ਦਾ ਪ੍ਰਾਈਜ਼, ਪਰ ਹੁਣ ਸਾਰਿਆਂ ਨੂੰ ਇਹ ਸਿਰਫ 200 ਰੁਪਏ ਦੇ ਵਿੱਚ ਮਿਲ ਰਹੇ ਹੈ। ਠੀਕ ਹੈ, 200 ਰੁਪਇਆ ਤੁਸੀਂ ਮੇਰੇ ਇਸ ਨੰਬਰ ਦੇ ਉੱਤੇ ਪੇ ਕਰਕੇ ਨਾਲ ਦੀ ਨਾਲ ਮੈਂ ਤੁਹਾਨੂੰ WhatsApp ਦੇ ਉੱਤੇ PDF ਦੇ ਦੂੰਗਾ। ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਪੇਮੈਂਟ ਦਾ। ਠੀਕ ਹੈ, ਨੰਬਰ ਨੋਟ ਕਰ ਲਓ, ਇਹ ਮੇਰਾ WhatsApp ਨੰਬਰ ਹੈ। Google Pay, फ़ोनपे ਜਾਂ Paytm ਕਿਸੇ ਵੀ ਤਰ੍ਹਾਂ ਤੁਸੀਂ ਇਹ ਪੇਮੈਂਟ ਕਰਕੇ ਨੋਟਸ ਲੈ ਸਕਦੇ ਹੋ। ਠੀਕ ਹੈ, ਇਹ ਨੋਟਸ ਇਸ ਤਰ੍ਹਾਂ ਤਿਆਰ ਕੀਤੇ ਗਏ ਹੈ ਤਾਂ ਜੋ ਤੁਸੀਂ ਘੱਟ ਟਾਈਮ ਦੇ ਵਿੱਚ ਆਪਣੀ ਤਿਆਰੀ ਕਰ ਸਕੋ। ਠੀਕ ਹੈ, ਚਲੋ ਹੁਣ ਆਪਾਂ ਕਰਦੇ ਹਾਂ ਸਕੀਮਾਂ। ਸਭ ਤੋਂ ਪਹਿਲਾਂ ਬੱਚਿਆਂ ਲਈ ਕੀ ਸਕੀਮਾਂ ਹੈ। ਠੀਕ ਹੈ, ਸਭ ਤੋਂ ਪਹਿਲਾਂ ਜਿਹੜੀ ਇਹ ਵੈਬਸਾਈਟ ਹੈ, ਇਹ ਹੈ ਪੰਜਾਬ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ। ਠੀਕ ਹੈ, ਇਸ ਦੇ ਉੱਤੇ ਇਹ ਸਾਰਾ ਕੁਝ ਦਿੱਤਾ ਹੋਇਆ। ਸੋ ਇਸ ਦੇ ਉੱਤੇ ਹੋਰ ਵੀ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਬਣਦੇ ਹੈ। ਠੀਕ ਹੈ, ਸਭ ਤੋਂ ਪਹਿਲਾਂ ਦਾ ਕੁਐਸਚਨ ਹੈ ਕਿ ਜਿਹੜਾ ਇਹ ਡਿਪਾਰਟਮੈਂਟ ਹੈ ਕਿਸ ਦੇ ਅੰਡਰ ਆਉਂਦਾ ਹੈ। ਠੀਕ ਹੈ, ਇਹ ਡਿਪਾਰਟਮੈਂਟ ਆਉਂਦਾ ਏ ਡਾਕਟਰ ਬਲਜੀਤ ਕੌਰ ਦੇ ਅੰਡਰ। ਇਹ ਕੁਐਸਚਨ ਵੀ ਪੇਪਰ ਵਿੱਚ ਆ ਸਕਦਾ, ਯਾਦ ਰੱਖਿਓ। ਡਾਕਟਰ ਬਲਜੀਤ ਕੌਰ ਦੇ ਅੰਡਰ ਇਹ ਡਿਪਾਰਟਮੈਂਟ ਹੈ ਜਿਹੜਾ ਇਹ ਆਉਂਦਾ ਏ, ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਵੂਮਨ ਐਂਡ ਚਾਈਲਡ ਡਿਵੈਲਪਮੈਂਟ। ਠੀਕ ਹੈ, ਸੋ ਇਹ ਤੁਸੀਂ ਯਾਦ ਰੱਖਣਾ ਕਿ ਇਹ ਬਲਜੀਤ ਕੌਰ ਦੇ ਅੰਡਰ ਇਹ ਮਹਿਕਮਾ ਆਉਂਦਾ ਏ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਡਾ ਇਹੀ ਕੁਐਸਚਨ ਬਣ ਗਿਆ। ਨੈਕਸਟ ਤੁਹਾਡੇ ਕੁਐਸਚਨ ਬਣ ਗਏ ਮਹਿਲਾ ਹੈਲਪਲਾਈਨ ਨੰਬਰ। ਠੀਕ ਹੈ, ਮਹਿਲਾ ਹੈਲਪਲਾਈਨ ਨੰਬਰ ਕਿਹੜੇ ਆ? 181 ਤੇ 1091। ਠੀਕ ਹੈ, ਸੋ ਇਹ ਕੁਐਸਚਨ ਵੀ ਬਣਦਾ। ਦੂਜਾ ਆ ਗਿਆ ਚਾਈਲਡ ਹੈਲਪਲਾਈਨ ਨੰਬਰ, ਇਹ ਹੈਗਾ 1098। ਠੀਕ ਹੈ, ਬਜ਼ੁਰਗਾਂ ਲਈ ਹੈਲਪਲਾਈਨ ਨੰਬਰ 14567। ਠੀਕ ਹੈ, ਸੋ ਇਹ 3-4 ਕੁਐਸਚਨ ਤਾਂ ਤੁਹਾਡੇ ਇਹੀ ਬਣ ਗਏ। ਠੀਕ ਹੈ, ਤੁਸੀਂ ਯਾਦ ਰੱਖਣੇ ਆ ਮਹਿਲਾ ਹੈਲਪਲਾਈਨ, ਚਾਈਲਡ ਹੈਲਪਲਾਈਨ ਤੇ ਬਜ਼ੁਰਗਾਂ ਲਈ ਹੈਲਪਲਾਈਨ ਨੰਬਰ ਕਿਹੜਾ ਹੈ। ਠੀਕ ਹੈ, ਚਲੋ ਹੁਣ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਸਕੀਮਾਂ ਬੱਚਿਆਂ ਲਈ ਕਿਹੜੀਆਂ ਸਕੀਮਾਂ ਜੋ ਕਿ ਪੰਜਾਬ ਦੇ ਵਿੱਚ ਚੱਲ ਰਹੀਆਂ। ਠੀਕ ਹੈ, ਇਹ ਸਾਰੀਆਂ ਸਕੀਮਾਂ ਜਿਹੜੀਆਂ ਬੱਚਿਆਂ ਲਈ ਯੋਜਨਾਵਾਂ ਇਹ ਪੰਜਾਬ ਦੇ ਵਿੱਚ ਚੱਲ ਰਹੀਆਂ ਹੈ। ਇੱਕ ਇੱਕ ਕਰਕੇ ਮੈਂ ਤੁਹਾਨੂੰ ਕਰਵਾਊਂਗਾ ਜੋ ਵੀ ਇੰਪੋਰਟੈਂਟ ਹੈ। ਸਭ ਤੋਂ ਪਹਿਲੀ ਸਕੀਮ ਆ ਗਈ ਬੇਟੀ ਬਚਾਓ ਬੇਟੀ ਪੜ੍ਹਾਓ। ਠੀਕ ਹੈ, ਜਿਹੜੀ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਹੈ, ਇਹ ਲਿੰਗ ਅਨੁਪਾਤ ਵਿੱਚ ਆ ਰਹੀ ਗਿਰਾਵਟ ਅਤੇ ਉਸ ਦੇ ਵਿੱਚ ਵਾਧਾ ਕਰਨ ਦੀ ਇੱਕ ਪਹਿਲ ਹੈ ਜੋ ਕਿ 22 ਜਨਵਰੀ 2015 ਨੂੰ ਸ਼ੁਰੂ ਕੀਤੀ ਗਈ। ਇਹ ਸਕੀਮ ਕਦੋਂ ਸ਼ੁਰੂ ਹੋਈ? 22 ਜਨਵਰੀ 2015। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਇੰਪੋਰਟੈਂਟ ਡੇਟ ਹੈ, ਇਹ ਪੁੱਛੀ ਜਾ ਸਕਦੀ ਪੇਪਰ ਵਿੱਚ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਕਦੋਂ ਸ਼ੁਰੂ ਕੀਤੀ ਗਈ
ਇਹ ਕੁਐਸਚਨ ਬਣਦਾ 2015 ਦੇ ਵਿੱਚ ਸ਼ੁਰੂ ਹੋਈ। ਇਹ ਪ੍ਰੋਗਰਾਮ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ, ਸਮਾਜ ਵਿੱਚ ਮਾਣ ਵਧਾਉਣ ਅਤੇ ਅੱਗੇ ਵਧਣ ਦੇ ਮੌਕੇ ਦੇਣ ਦੀ ਇੱਕ ਕੋਸ਼ਿਸ਼ ਹੈ। ਠੀਕ ਹੈ, ਸੋ ਇਸ ਦੇ ਵਿੱਚ 2 ਕੁਐਸਚਨ ਬਣਦੇ ਆ। ਇਹ ਸਕੀਮ ਹੈ ਜਿਹੜੀ ਇਹ ਕਿਉਂ ਲਾਂਚ ਕੀਤੀ ਗਈ? ਇਹ ਲਿੰਗ ਅਨੁਪਾਤ ਦੇ ਵਿੱਚ ਆ ਰਹੀ ਗਿਰਾਵਟ ਦੇ ਵਿੱਚ ਵਾਧਾ ਕਰਨ ਲਈ ਇੱਕ ਪਹਿਲ ਕੀਤੀ ਗਈ। ਠੀਕ ਹੈ, ਜੋ ਕਿ 22 ਜਨਵਰੀ 2015 ਨੂੰ ਸ਼ੁਰੂ ਹੋਈ। ਇਸ ਦਾ ਉਦੇਸ਼ ਲਿੰਗ ਨਿਰਧਾਰਨ ਟੈਸਟ ਤੇ ਰੋਕ ਲਗਾਉਣਾ, ਲੜਕੀਆਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ, ਲੜਕੀਆਂ ਦੀ ਪੜ੍ਹਾਈ ਯਕੀਨੀ ਬਣਾਉਣਾ। ਠੀਕ ਹੈ, ਇਹ ਸਕੀਮ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ ਅਤੇ ਪਠਾਨਕੋਟ ਤੇ ਫਾਜ਼ਿਲਕਾ ਨੂੰ ਜਲਦ ਹੀ ਭਾਰਤ ਸਰਕਾਰ ਵੱਲੋਂ ਇਸ ਅਧੀਨ ਕਵਰ ਕੀਤਾ ਜਾਏਗਾ। ਠੀਕ ਹੈ, ਸੋ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਇਹ ਸਕੀਮ ਚੱਲ ਰਹੀ ਹੈ। ਠੀਕ ਹੈ, ਸੋ ਇਸ ਦਾ ਮੁੱਖ ਉਦੇਸ਼ ਹੈ ਔਰਤਾਂ ਨੂੰ ਘਟ ਰਹੇ ਲਿੰਗ ਅਨੁਪਾਤ ਦੇ ਪ੍ਰਤੀ ਜਾਗਰੂਕ ਕਰਨਾ। ਇਸ ਸਕੀਮ ਦਾ ਮੁੱਖ ਜਿਹੜਾ ਉਦੇਸ਼ ਹੈ। ਠੀਕ ਹੈ, ਸੋ ਨੈਕਸਟ ਆ ਗਈ ਮਾਈ ਭਾਗੋ ਵਿੱਦਿਆ ਸਕੀਮ। ਮਾਈ ਭਾਗੋ ਵਿੱਦਿਆ ਸਕੀਮ ਦੇ ਤਹਿਤ 9ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੈ। ਠੀਕ ਹੈ, ਇਸ ਦਾ ਉਦੇਸ਼ ਸਰਕਾਰੀ ਸਕੂਲ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨਾ, ਵਿਦਿਆਰਥਣਾਂ ਵੱਲੋਂ ਪੜ੍ਹਾਈ ਵਿਚਾਲੇ ਛੱਡ ਦੀ ਦਰ ਨੂੰ ਘੱਟ ਕਰਨਾ ਹੈ। ਸੋ ਇਸ ਸਕੀਮ ਦੇ ਅਧੀਨ ਕਿਹੜੀਆਂ ਵਿਦਿਆਰਥਣਾਂ ਆਉਂਦੀਆਂ ਏ? 9ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ, ਤੇ ਇਸ ਦੇ ਵਿੱਚ ਕੀ ਦਿੱਤਾ ਜਾਂਦਾ ਏ? ਸਾਈਕਲ ਦਿੱਤੇ ਜਾਂਦੇ ਆ। ਠੀਕ ਹੈ, ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਹੋਣ ਤਾਂ ਉਹਨਾਂ ਨੂੰ ਸਾਈਕਲ ਮਿਲਦੇ ਆ ਇਸ ਸਕੀਮ ਦੇ ਅਧੀਨ। ਠੀਕ ਹੈ, ਨੈਕਸਟ ਆਪਣੇ ਕੋਲ ਸਕੀਮ ਆਫ ਐਡੋਲੇਸੈਂਟ ਗਰਲਜ਼। ਠੀਕ ਹੈ, ਸਕੀਮ ਫॉर ਐਡੋਲੇਸੈਂਟ ਗਰਲਜ਼। ਇਹ ਸਕੀਮ ਹੈ ਜਿਹੜੀ ਕੁਪੋਸ਼ਿਤ ਅਲੜ ਲੜਕੀਆਂ ਨੂੰ ਵਾਧੂ ਖੁਰਾਕ ਦੇਣ ਦੀ ਸਕੀਮ ਹੈ। ਇਹ ਸਕੀਮ ਨਵੰਬਰ 2010 ਤੋਂ ਲਾਗੂ ਕੀਤੀ ਗਈ। ਠੀਕ ਹੈ, ਭਾਰਤ ਸਰਕਾਰ ਵੱਲੋਂ ਸਾਲ 2018-19 ਤੋਂ ਇਹ ਸਕੀਮ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕਰ ਦਿੱਤੀ ਗਈ ਹੈ। ਇਸ ਸਕੀਮ ਦਾ ਮਨੋਰਥ 11 ਤੋਂ 14 ਸਾਲ ਤੱਕ ਦੀ ਉਮਰ ਦੀਆਂ ਸਕੂਲ ਡਰੋਪ ਆਊਟ ਅਲੜ ਲੜਕੀਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ, ਉਹਨਾਂ ਦਾ ਪੋਸ਼ਕ, ਸਿੱਖਿਅਕ, ਸਮਾਜਿਕ ਅਤੇ ਆਰਥਿਕ ਪੱਧਰ ਚੁੱਕਣਾ ਹੈ। ਆਂਗਣਵਾੜੀ ਵਰਕਰਾਂ ਵੱਲੋਂ ਕਿਸ਼ੋਰੀ ਸ਼ਕਤੀ ਕਾਰਡ ਸਕੀਮ ਨੂੰ ਮੋਨੀਟਰ ਕਰਨ ਅਤੇ ਜਾਗਰੂਕਤਾ ਨੂੰ ਧਿਆਨ ਵਿੱਚ ਰੱਖਣ ਲਈ ਤਿਆਰ ਕੀਤੇ ਜਾਂਦੇ ਹਨ। ਠੀਕ ਹੈ, ਸੋ ਇਸ ਸਕੀਮ ਦਾ ਉਦੇਸ਼ ਹੈ 11 ਤੋਂ 14 ਸਾਲ ਦੀਆਂ ਲੜਕੀਆਂ ਜੋ ਸਕੂਲ ਵਿੱਚ ਨਹੀਂ ਜਾਂਦੀਆਂ ਨੂੰ ਮੁੜ ਸਕੂਲ ਵਿੱਚ ਦਾਖਲ ਕਰਵਾਉਣਾ ਹੈ। ਉਹਨਾਂ ਦੇ ਪੋਸ਼ਕ, ਸਿੱਖਿਅਕ, ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣਾ ਹੈ। ਠੀਕ ਹੈ, ਸੋ ਇਸ ਸਕੀਮ ਦੇ ਅਧੀਨ ਆਉਂਦੀਆਂ 11 ਤੋਂ 14 ਸਾਲ ਦੀਆਂ ਲੜਕੀਆਂ ਅਤੇ ਇਹ ਨਵੰਬਰ 2010 ਤੋਂ ਲਾਗੂ ਹੋਈ ਸੀ। ਠੀਕ ਹੈ, ਨੈਕਸਟ ਹੈ ਕੰਮਕਾਜੀ ਮਾਵਾਂ ਦੇ ਬੱਚਿਆਂ ਲਈ ਨੈਸ਼ਨਲ ਕਰੈਚ ਸਕੀਮ। ਠੀਕ ਹੈ, ਜਿਹੜੀ ਇਹ ਕਰੈਚ ਸਕੀਮ ਹੈ ਪਹਿਲਾਂ ਇਹ NGO ਵੱਲੋਂ ਚਲਾਈ ਜਾ ਰਹੀ ਸੀ, ਪਰੰਤੂ ਹੁਣ ਵਿਭਾਗ ਵੱਲੋਂ ਪੰਜਾਬ ਵਿੱਚ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 175 ਕਰੈਚਾਂ ਚਲਾਈਆਂ ਜਾ ਰਹੀਆਂ। ਕਿੰਨੀਆਂ ਕਰੈਚਾਂ ਪੰਜਾਬ ਦੇ ਵਿੱਚ? 175। ਇਹ ਵੀ ਤੁਸੀਂ ਯਾਦ ਰੱਖਣਾ, ਜੋ ਕਿ ਮਹੀਨੇ ਵਿੱਚ ਘੱਟੋ ਘੱਟ 15 ਦਿਨ ਜਾਂ ਸਾਲ ਵਿੱਚ 6 ਮਹੀਨੇ ਕਿਸੇ ਰੋਜ਼ਗਾਰ ਦੇ ਉੱਤੇ ਜੋ ਵੀ ਔਰਤਾਂ ਲੱਗੀਆਂ ਹੋਈਆਂ ਉਹ ਆਪਣੇ ਬੱਚਿਆਂ ਨੂੰ ਇਹਨਾਂ ਕਰੈਚਾਂ ਵਿੱਚ ਭੇਜ ਸਕਦੀਆਂ ਹੈ। ਠੀਕ ਹੈ, ਪੰਜਾਬ ਸਿਵਲ ਸਕੱਤਰੇਤ 2 ਅਤੇ ਰਾਜ ਦੇ 6 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿੱਚ 2020-21 ਵਿੱਚ ਕਰੈਚ ਬਣਵਾਉਣ ਲਈ ਪ੍ਰਸਤਾਵ ਦਿੱਤਾ ਗਿਆ ਹੈ। ਸੋ ਸਹੂਲਤਾਂ ਕੀ ਹੈ? 6 ਮਹੀਨੇ ਤੋਂ ਲੈ ਕੇ 6 ਸਾਲ ਦੇ ਬੱਚੇ ਇਸ ਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਦਿਨ ਦੇ ਵਿੱਚ ਇਹਨਾਂ ਕਰੈਚਾਂ ਦੇ ਵਿੱਚ ਸੰਭਾਲਿਆ ਜਾਂਦਾ। ਸਿਹਤ ਅਤੇ ਉਹਨਾਂ ਦੇ ਖਾਣ ਪੀਣ ਦੇ ਪੱਧਰ ਨੂੰ ਉੱਚਾ ਚੁੱਕਣਾ ਇਸ ਦੇ ਵਿੱਚ ਸਹੂਲਤਾਂ ਹੈ। ਠੀਕ ਹੈ, ਸੋ ਜੋ ਵੀ ਔਰਤਾਂ ਕੰਮਕਾਰ ਕਰਦੀਆਂ ਹੈ ਉਹ ਆਪਣੇ ਬੱਚਿਆਂ ਨੂੰ ਇੱਥੇ ਭੇਜ ਸਕਦੀਆਂ ਹੈ 6 ਮਹੀਨੇ ਲਈ ਸਾਲ ਵਿੱਚ, ਜਾਂ ਫਿਰ ਮਹੀਨੇ ਵਿੱਚ 15 ਦਿਨ ਲਈ। ਠੀਕ ਹੈ, 6 ਮਹੀਨੇ ਤੋਂ 6 ਸਾਲ ਦੇ ਬੱਚੇ ਇਸ ਦੇ ਵਿੱਚ ਸ਼ਾਮਿਲ ਹੁੰਦੇ ਆ। ਨੈਕਸਟ ਹੈ ਆਂਗਨਵਾੜੀ ਸੇਵਾਵਾਂ ਸਕੀਮ। ਠੀਕ ਹੈ, ਆਂਗਨਵਾੜੀ ਸੇਵਾਵਾਂ ਸਕੀਮ ਹੈ
ICDS ਦੇ ਅਧੀਨ ਜਿਹੜੀ ਇਹ ਹੈ ਆਂਗਨਵਾੜੀ ਇਹ ਚੱਲ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਠੀਕ ਹੈ, ICDS ਦੀ ਫੁੱਲ ਫਾਰਮ ਕੀ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ, ਫੇਰ ਦੱਸ ਦੇਣਾ, ਇੰਟਰਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼। ਠੀਕ ਹੈ, ਸੋ ਇਸ ਦੇ ਅਧੀਨ 6 ਮਹੀਨੇ ਤੋਂ ਲੈ ਕੇ 6 ਸਾਲ ਦੇ ਬੱਚੇ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ 6 ਪੂਰਕ ਪੋਸ਼ਕ ਆਹਾਰ ਇਸ ਦੇ ਵਿੱਚ ਸ਼ਾਮਲ ਹੈ। ਠੀਕ ਹੈ, 6 ਆਹਾਰ ਇਸ ਦੇ ਵਿੱਚ ਸ਼ਾਮਲ ਹੈ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ, 6 ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ। ਇਸ ਦੇ ਵਿੱਚ ਟੀਕਾਕਰਨ, ਸਿਹਤ ਦੀ ਜਾਂਚ ਪੜਤਾਲ, ਨਿਊਟ੍ਰੀਸ਼ਨ ਅਤੇ ਸਿਹਤ ਸੰਬੰਧੀ ਸਿੱਖਿਆ, ਪੂਰਕ ਸਕੂਲ ਸੇਵਾਵਾਂ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹੈ। ਠੀਕ ਹੈ, ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਇਹਨਾਂ ਸੇਵਾਵਾਂ ਵਿੱਚੋਂ ਇੱਕ ਹੈ। ਇਸ ਲਈ ਰਾਜ ਸਰਕਾਰ ਵੱਲੋਂ ਸਾਲਾਨਾ ਸਟੇਟ ਪਲਾਨ ਵਿੱਚੋਂ ਫੰਡਜ਼ ਉਪਲਬਧ ਕਰਵਾਏ ਜਾਂਦੇ ਹਨ। ਇਸ ਸਕੀਮ ਅਧੀਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ 50-50 ਦੇ ਹਿਸਾਬ ਨਾਲ ਖਰਚਾ ਕੀਤਾ ਜਾਂਦਾ ਹੈ। ਠੀਕ ਹੈ, ਜੋ ਵੀ ਇਸ ਦੇ ਉੱਤੇ ਖਰਚਾ ਆਉਂਦਾ ਉਹ 50% ਪੰਜਾਬ ਦੀ ਸਰਕਾਰ ਕਰਦੀ ਹੈ ਅਤੇ 50% ਸੈਂਟਰ ਗੌਰਮੈਂਟ ਕਰਦੀ ਹੈ। ਠੀਕ ਹੈ, ਇਹਨਾਂ ਸੇਵਾਵਾਂ ਨੂੰ ਪੋਸ਼ਣ ਅਭਿਆਨ ਸਕੀਮ ਅਧੀਨ ਵੀ ਕਵਰ ਕੀਤਾ ਜਾਂਦਾ ਹੈ। ਠੀਕ ਹੈ, ਸਹੂਲਤਾਂ ਇਸ ਦੇ ਵਿੱਚ ਕੀ ਮਿਲਦੀਆਂ, 6 ਮਹੀਨੇ ਤੋਂ ਲੈ ਕੇ 6 ਸਾਲ ਦੇ ਬੱਚਿਆਂ, ਗਰਭਵਤੀ ਔਰਤਾਂ, ਦੁੱਧ ਪਿਲਾਉਂਦੀਆਂ ਮਾਵਾਂ ਨੂੰ 6 ਤਰ੍ਹਾਂ ਦੀਆਂ ਸੇਵਾਵਾਂ ਪ੍ਰਾਪਤ ਇਸ ਦੇ ਵਿੱਚ ਦਿੱਤੀਆਂ ਜਾਂਦੀਆਂ ਹੈ, ਜਿਵੇਂ ਕਿ ਪੂਰਕ ਪੋਸ਼ਕ ਆਹਾਰ, ਟੀਕਾਕਰਨ, ਸਿਹਤ ਜਾਂਚ, ਨਿਊਟ੍ਰੀਸ਼ਨ, ਸਿਹਤ ਸੰਬੰਧੀ ਸਿੱਖਿਆ, ਸਕੂਲ ਪੂਰਵ ਸਿੱਖਿਆ ਅਤੇ ਰੈਫਰਲ ਸੇਵਾਵਾਂ। ਇਹ ਸਾਰੀਆਂ ਸੇਵਾਵਾਂ ਇਸ ਦੇ ਵਿੱਚ ਦਿੱਤੀਆਂ ਜਾਂਦੀਆਂ। 6 ਮਹੀਨੇ ਤੋਂ 6 ਸਾਲ ਦੇ ਬੱਚੇ ਇਸ ਦੇ ਵਿੱਚ ਸ਼ਾਮਲ ਹੁੰਦੇ ਆ। ਠੀਕ ਹੈ, ਸੋ ਨੈਕਸਟ ਜਿਹੜੀ ਸਕੀਮ ਹੈ ਪੋਸ਼ਣ ਅਭਿਆਨ, ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ। ਸੋ ਭਾਰਤ ਵਿੱਚ ਕੁਪੋਸ਼ਣ ਨੂੰ ਖਤਮ ਕਰਨ ਲਈ ਇਹ ਮਿਸ਼ਨ ਲਾਗੂ ਕੀਤਾ ਗਿਆ, ਜਿਸ ਦਾ ਮੰਤਵ 0 ਤੋਂ ਲੈ ਕੇ 6 ਸਾਲ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਨੂੰ ਨਿਊਟ੍ਰੀਸ਼ਨ ਪੱਧਰ ਉੱਚਾ ਚੁੱਕਣਾ ਹੈ ਉਹਨਾਂ ਦਾ। ਠੀਕ ਹੈ, ਉਦੇਸ਼ ਇਸ ਦੇ ਵਿੱਚ 0 ਤੋਂ 6 ਸਾਲ ਦੇ ਬੱਚੇ ਹੈ, ਇਹਨਾਂ ਵਿੱਚ ਬੌਣੇਪਣ ਤੋਂ ਬਚਾਅ ਲਈ ਇਸ ਦੀ ਦਰ ਨੂੰ ਘਟਾਉਣਾ। ਠੀਕ ਹੈ, ਪ੍ਰਤੀ ਸਾਲ 2% ਦਾ ਟੀਚਾ ਰੱਖਿਆ ਗਿਆ। ਅੰਡਰ ਨਿਊਟ੍ਰੀਸ਼ਨ ਤੋਂ ਬਚਾਅ ਲਈ ਇਸ ਦੀ ਦਰ ਨੂੰ ਘਟਾਉਣਾ। ਠੀਕ ਹੈ, ਛੋਟੇ ਬੱਚਿਆਂ ਵਿੱਚ ਖੂਨ ਦੀ ਕਮੀ ਦੇ ਪ੍ਰਸਾਰ ਨੂੰ ਘਟਾਉਣਾ। 6 ਤੋਂ ਲੈ ਕੇ 59 ਮਹੀਨੇ ਤੱਕ ਦੇ ਬੱਚਿਆਂ ਦੇ ਵਿੱਚ 14 ਤੋਂ 49 ਸਾਲ ਦੇ ਸਮੂਹ ਦੀਆਂ ਔਰਤਾਂ ਅਤੇ ਕਿਸ਼ੋਰੀਆਂ ਵਿੱਚ ਖੂਨ ਦੀ ਕਮੀ ਦੇ ਪ੍ਰਸਾਰ ਨੂੰ ਘਟਾਉਣਾ। ਜਨਮ ਸਮੇਂ ਭਾਰ ਦੀ ਦਰ ਨੂੰ ਘਟਾਉਣਾ। ਸੋ ਇਹ ਇਸ ਦਾ ਮੁੱਖ ਉਦੇਸ਼ ਹੈ ਪੋਸ਼ਣ ਅਭਿਆਨ ਦਾ। ਠੀਕ ਹੈ, ਇਸ ਦੇ ਅੰਦਰ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ, ਕੁਪੋਸ਼ਣ ਦੇ ਹੱਲ ਲਈ ਵੱਖ-ਵੱਖ ਸਕੀਮਾਂ ਦੀ ਮੈਪਿੰਗ ਕਰਨਾ, ਬਲਾਕ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕਮੇਟੀਆਂ ਦਾ ਗਠਨ ਕਰਨਾ। ਠੀਕ ਹੈ, ਸੋ ਇਹ ਇਸ ਦੇ ਵਿੱਚ ਸ਼ਾਮਿਲ ਹੈ 0 ਤੋਂ ਲੈ ਕੇ 6 ਸਾਲ ਦੇ ਜੋ ਵੀ ਬੱਚੇ ਹੈ। ਠੀਕ ਹੈ, ਨੈਕਸਟ ਸਕੀਮ ਹੈ ਆਪਣੇ ਕੋਲ ਸੰਗਠਿਤ ਬਾਲ ਸੁਰੱਖਿਆ ਸਕੀਮ, ਹੁਣ ਬਾਲ ਸੁਰੱਖਿਆ ਸੇਵਾਵਾਂ। ਠੀਕ ਹੈ, ਇਹ ਜਿਹੜੀ ਸਕੀਮ ਹੈ ਬਾਲ ਸੁਰੱਖਿਆ ਸਕੀਮ ਹੈ ਜਿਸ ਦਾ ਕਿ ਹੁਣ ਨਾਮ ਹੈ ਬਾਲ ਸੁਰੱਖਿਆ ਸਕੀਮ। ਇਹ ਕਦੋਂ ਲਾਗੂ ਹੋਈ, 2015 ਨੂੰ ਲਾਗੂ ਹੋਈ। ਸੰਗਠਿਤ ਬਾਲ ਸੁਰੱਖਿਆ ਸਕੀਮ ਨੂੰ ਲਾਗੂ ਕਰਨ ਦਾ ਉਦੇਸ਼ ਜੁਵੇਨਾਈਲ ਜਸਟਿਸ ਐਕਟ 2015 ਨੂੰ ਲਾਗੂ ਕਰਨਾ, ਮੁਸ਼ਕਿਲ ਹਾਲਾਤਾਂ ਵਿੱਚ ਰਹਿ ਰਹੇ ਬੱਚਿਆਂ ਲਈ ਦੋਸਤਾਨਾ ਮਾਹੌਲ ਸਿਰਜ ਕੇ ਉਹਨਾਂ ਨੂੰ ਸਾਂਭ ਸੰਭਾਲ, ਸੁਰੱਖਿਆ, ਵਿਕਾਸ ਅਤੇ ਸਮਾਜਿਕ ਮੁੜ ਵਸੇਵੇ ਸੰਬੰਧੀ ਯਤਨ ਕਰਨਾ ਹੈ। ਇਸ ਦੇ ਅਧੀਨ 2 ਤਰ੍ਹਾਂ ਦੇ ਬੱਚੇ ਆਉਂਦੇ ਆ, ਸੁਰੱਖਿਆ ਅਤੇ ਸੰਭਾਲ ਲਈ ਲੋੜਵੰਦ ਬੱਚੇ, ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚੇ। ਸਹੂਲਤਾਂ ਕਿਆ ਹੈ, ਬਚਾਓ, ਮੁੜ ਵਸੇਵਾ, ਬਹਾਲੀ, ਪੂਰਨ ਏਕੀਕਰਨ। ਇਸ ਦੇ ਵਿੱਚ ਆਉਂਦੇ ਆ 0 ਤੋਂ ਲੈ ਕੇ 18 ਸਾਲ ਦੇ ਬੱਚੇ। ਠੀਕ ਹੈ, 0 ਤੋਂ ਲੈ ਕੇ 18 ਸਾਲ ਦੇ ਬੱਚੇ ਇਸ ਦੇ ਵਿੱਚ ਸ਼ਾਮਿਲ ਹੁੰਦੇ ਹੈ। ਠੀਕ ਹੈ, ਸੋ ਇਸ ਸਕੀਮ ਦਾ ਉਦੇਸ਼ ਹੈ
जुवेनाइल जस्टिस एक्ट 2015 ਨੂੰ लागू करना। ठीक है। नैक्सट स्कीम है अपने कोल चाइल्ड होम्स। चाइल्ड होम्स सुरੱਖਿਆ ਤੇ ਸੰਭਾਲ ਲਈ ਲੋੜਵੰਦ ਬੱਚਿਆਂ ਲਈ ਚਲਾਏ ਗਏ ਚਾइल्ड ਹੋम्स। ਇਹ ਜਿਹੜੇ ਚਲਾਏ ਗਏ ਆ ਚਾइल्ड ਹੋਮ ਜੋ 18 ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ, ਕੋਈ ਉਹਨਾਂ ਨੂੰ ਕੰਮ ਸਿਖਾਉਣਾ, ਖਾਣਾ ਪੀਣਾ, ਰਹਿਣਾ, ਕੱਪੜੇ ਆਦਿ ਉਪਲਬਧ ਕਰਵਾਉਣੇ ਇਸ ਦਾ ਮੁੱਖ ਉਦੇਸ਼ ਹੈ। ਠੀਕ ਹੈ। ਇਸ ਉਦੇਸ਼ ਨਾਲ ਰਾਜ ਵਿੱਚ ਚਿਲਡਰਨ ਹੋਮਜ਼ ਸਥਾਪਿਤ ਕੀਤੇ ਗਏ। ਇਹਨਾਂ ਹੋਮਜ਼ ਵਿੱਚ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਰੱਖਿਆ ਜਾਂਦਾ ਹੈ ਅਤੇ 7 ਇਹ ਹੋਮਜ਼ ਪੰਜਾਬ ਦੇ ਵਿੱਚ ਚੱਲ ਰਹੇ ਹਨ, ਲੁਧਿਆਣਾ, ਪਟਿਆਲਾ, ਬਠਿੰਡਾ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ। ਠੀਕ ਹੈ। ਸੋ ਇਸ ਦਾ ਮੁੱਖ ਉਦੇਸ਼ ਹੈ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੜ੍ਹਾਈ, ਉਹਨਾਂ ਨੂੰ ਕੋਈ ਕੰਮ ਸਿਖਾਉਣਾ, ਖਾਣਾ ਪੀਣਾ, ਉਹਨਾਂ ਦਾ ਕੱਪੜੇ, ਰਹਿਣਾ। ਠੀਕ ਹੈ। ਇਹ ਇਸ ਦੇ ਮੁੱਖ ਉਦੇਸ਼ ਹੈ, ਲੋੜਵੰਦ ਜੋ ਵੀ ਬੱਚੇ ਹੈ। ਅਤੇ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ। ਠੀਕ ਹੈ। ਨੈਕਸਟ ਆਪਣੇ ਕੋਲ ਸਟੇਟ ਆਫਟਰ ਕੇਅਰ ਹੋਮ। ਸਟੇਟ ਆਫਟਰ ਕੇਅਰ ਹੋਮ ਚਿਲਡਰਨ ਹੋਮ ਤੋਂ ਰਿਲੀਵ ਹੋਏ ਬੱਚਿਆਂ ਨੂੰ ਜਿਨ੍ਹਾਂ ਦੀ ਪੜ੍ਹਾਈ ਅਤੇ ਸਿਖਲਾਈ ਚਿਲਡਰਨ ਹੋਮਾਂ ਵਿੱਚ ਅਧੂਰੀ ਰਹੇਗੀ ਨੂੰ ਇਸ ਮੰਤਵ ਦੀ ਪੂਰਤੀ ਲਈ ਸਟੇਟ ਆਫਟਰ ਕੇਅਰ ਹੋਮ ਵਿੱਚ 18 ਤੋਂ 21 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਰੱਖਿਆ ਜਾਂਦਾ। ਇਸ ਦੇ ਵਿੱਚ 18 ਤੋਂ 21 ਸਾਲ ਦੇ ਬੱਚੇ ਆ ਜਾਂਦੇ ਆ। ਠੀਕ ਹੈ। ਸਟੇਟ ਕੇਅਰ ਹੋਮ ਲੁਧਿਆਣਾ ਵਿਖੇ ਲੜਕੀਆਂ ਲਈ ਅਤੇ ਅੰਮ੍ਰਿਤਸਰ ਵਿਖੇ ਲੜਕੀਆਂ ਲਈ ਲੁਧਿਆਣਾ ਵਿਖੇ ਹੈ, ਲੜਕੀਆਂ ਲਈ ਹੈ ਅੰਮ੍ਰਿਤਸਰ ਵਿਖੇ। ਠੀਕ ਹੈ। ਜਿਸ ਦੇ ਵਿੱਚ ਰਿਲੀਵ ਹੋਏ ਬੱਚਿਆਂ ਨੂੰ ਪੜ੍ਹਾਈ ਚਿਲਡਰਨ ਹੋਮਾਂ ਤੋਂ ਜਿਨ੍ਹਾਂ ਦੀ ਅਧੂਰੀ ਰਹੇਗੀ। ਠੀਕ ਹੈ। ਉਸ ਦੇ ਵਿੱਚ ਇਹ ਬੱਚੇ ਰੱਖੇ ਜਾਂਦੇ ਆ ਅਤੇ 21 ਸਾਲ ਦੀ ਉਮਰ ਤੱਕ ਰੱਖਿਆ ਜਾਂਦਾ। ਇਸ ਦੇ ਵਿੱਚ ਜੋ ਵੀ ਉਹਨਾਂ ਦੀ ਜ਼ਰੂਰਤ ਹੈ, ਖਾਣਾ, ਕੱਪੜਾ, ਘਰ, ਪੜ੍ਹਾਈ ਅਤੇ ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਵੋਕੇਸ਼ਨਲ ਸਿੱਖਿਆ ਦਿੱਤੀ ਜਾਂਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਆਬਜ਼ਰਵੇਸ਼ਨ ਹੋਮ। ਕਾਨੂੰਨੀ ਵਿਵਾਦ ਵਿੱਚ ਜਿਹੜੇ ਬੱਚੇ ਸ਼ਾਮਲ ਹੈ, ਠੀਕ ਹੈ, ਜਿਨ੍ਹਾਂ ਦਾ ਕੇਸ ਜੁਵੇਨਾਈਲ ਜਸਟਿਸ ਬੋਰਡ ਦੇ ਵਿਚਾਰ ਅਧੀਨ ਹੋਵੇ, ਉਹਨਾਂ ਨੂੰ ਜ਼ਮਾਨਤ ਸਜ਼ਾ ਹੋਣ ਤੱਕ ਇਸ ਵਿੱਚ ਰੱਖਿਆ ਜਾਂਦਾ ਹੈ। ਠੀਕ ਹੈ। ਆਬਜ਼ਰਵੇਸ਼ਨ ਹੋਮ ਦੇ ਵਿੱਚ ਰੱਖਿਆ ਜਾਂਦਾ। ਇਹ ਕਿੱਥੇ ਕਿੱਥੇ ਹੈ? ਲੁਧਿਆਣਾ, ਫਰੀਦਕੋਟ, ਜਲੰਧਰ, ਹੁਸ਼ਿਆਰਪੁਰ। ਲੁਧਿਆਣਾ ਅਤੇ ਫਰੀਦਕੋਟ ਵਿੱਚ ਲੜਕਿਆਂ ਲਈ ਹੈ, ਜਲੰਧਰ ਵਿੱਚ ਲੜਕੀਆਂ ਲਈ, ਹੁਸ਼ਿਆਰਪੁਰ ਵਿੱਚ ਲੜਕਿਆਂ ਲਈ। ਠੀਕ ਹੈ। ਸੋ ਜਿਨ੍ਹਾਂ ਨੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਠੀਕ ਹੈ। ਨੈਕਸਟ ਸਕੀਮ ਆਪਣੇ ਕੋਲ ਸਪੈਸ਼ਲ ਹੋਮ। ਕਾਨੂੰਨੀ ਵਿਵਾਦ ਵਿੱਚ ਸ਼ਾਮਲ ਜਿਹੜੇ ਬੱਚੇ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਇਨਕੁਆਇਰੀ ਉਪਰੰਤ ਦੋਸ਼ੀ ਪਾਏ ਜਾਣ 'ਤੇ ਜੁਵੇਨਾਈਲ ਜਸਟਿਸ ਬੋਰਡ ਦੇ ਹੁਕਮਾਂ ਨਾਲ ਸਜ਼ਾ ਦੇ ਤੌਰ 'ਤੇ ਰੱਖਣ ਲਈ ਰਾਜ ਵਿੱਚ 2 ਸਪੈਸ਼ਲ ਹੋਮਜ਼ ਸਥਾਪਿਤ ਕੀਤੇ ਗਏ ਹੈ। ਠੀਕ ਹੈ। ਸੋ ਉਹਨਾਂ ਨੂੰ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਵਿੱਚ ਚੱਲ ਰਹੇ ਆ। ਹੁਸ਼ਿਆਰਪੁਰ 'ਚ ਲੜਕਿਆਂ ਲਈ, ਅੰਮ੍ਰਿਤਸਰ ਵਿੱਚ ਲੜਕੀਆਂ ਲਈ। ਠੀਕ ਹੈ। ਇੱਥੇ ਇਹਨਾਂ ਨੂੰ ਰੱਖਿਆ ਜਾਂਦਾ ਹੈ। ਨੈਕਸਟ ਆ ਗਿਆ ਪਲੇਸ ਆਫ ਸੇਫਟੀ। ਕਾਨੂੰਨੀ ਵਿਵਾਦ ਵਿੱਚ ਸ਼ਾਮਲ 18 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚੇ ਜਿਨ੍ਹਾਂ ਦੀ ਉਮਰ 16 ਤੋਂ 18 ਦੇ ਦਰਮਿਆਨ ਹੋਵੇ, ਉਹਨਾਂ ਵੱਲੋਂ ਕੋਈ ਗੰਭੀਰ ਜੁਰਮ ਕੀਤਾ ਗਿਆ ਹੋਵੇ, ਇਹਨੂੰ ਪਲੇਸ ਆਫ ਸੇਫਟੀ ਵਿੱਚ ਰੱਖਿਆ ਜਾਂਦਾ ਹੈ। ਠੀਕ ਹੈ। ਅਜਿਹੇ ਬੱਚਿਆਂ ਨੂੰ ਪਲੇਸ ਆਫ ਸੇਫਟੀ ਵਿੱਚ ਰੱਖਿਆ ਜਾਂਦਾ ਹੈ। ਇਹ ਕਿੱਥੇ ਹੈ? ਜਲੰਧਰ, ਫਰੀਦਕੋਟ ਅਤੇ ਸਪੈਸ਼ਲ ਹੋਮ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦੇ ਕੁਝ ਹਿੱਸੇ ਨੂੰ ਪਲੇਸ ਆਫ ਸੇਫਟੀ ਘੋਸ਼ਿਤ ਕੀਤਾ ਗਿਆ ਹੈ। ਠੀਕ ਹੈ। ਸੋ ਨੈਕਸਟ ਜਿਹੜੀ ਇੰਪੋਰਟੈਂਟ ਸਕੀਮ ਹੈ ਉਹ ਹੈਗੀ ਹੈ ਸਪੋਂਸਰਸ਼ਿਪ। ਠੀਕ ਹੈ।
इस स्कीम राਹੀਂ माता पिता ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜੋ ਬੱਚੇ ਪਰਿਵਾਰ ਨਾਲ ਰਹਿ ਸਕਣ ਅਤੇ ਪੜ੍ਹਾਈ ਆਪਣੀ ਪੂਰੀ ਕਰ ਸਕਣ। ਠੀਕ ਹੈ। ਸੋ ਇਸ ਸਕੀਮ ਦੇ ਅਧੀਨ 18 ਸਾਲ ਤੋਂ ਘੱਟ ਇਹ ਉਮਰ ਦੇ ਬੱਚਿਆਂ ਨੂੰ 2000 ਪ੍ਰਤੀ ਮਹੀਨਾ ਪ੍ਰਤੀ ਬੱਚਾ 3 ਸਾਲ ਲਈ ਜਾਂ 18 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਹੋਵੇ ਦਿੱਤਾ ਜਾਂਦਾ ਹੈ। ਠੀਕ ਹੈ। ਇਸ ਦੇ ਵਿੱਚ 18 ਸਾਲ ਦੇ ਤੱਕ ਦੇ ਬੱਚਿਆਂ ਨੂੰ 2000 ਰੁਪਇਆ ਮਹੀਨਾ ਦਿੱਤਾ ਜਾਂਦਾ ਹੈ। ਪੇਂਡੂ ਖੇਤਰਾਂ ਵਿੱਚ 24000 ਰੁਪਇਆ ਪ੍ਰਤੀ ਸਾਲ, ਸ਼ਹਿਰੀ ਖੇਤਰਾਂ ਵਿੱਚ 30000 ਪ੍ਰਤੀ ਸਾਲ ਇਸ ਦੇ ਅਧੀਨ ਦਿੱਤਾ ਜਾਂਦਾ ਹੈ। ਨੈਕਸਟ ਜਿਹੜੀ ਗੇਮ ਹੈ ਜਿਹੜੀ ਸਕੀਮ ਹੈ ਉਹ ਹੈਗੀ ਆਪਣੇ ਕੋਲ ਫੋਸਟਰ ਕੇਅਰ। ਇਸ ਦੇ ਤਹਿਤ ਬਾਲ ਭਲਾਈ ਕਮੇਟੀ ਦੇ ਹੁਕਮਾਂ ਨਾਲ ਉਹਨਾਂ ਦੇ ਅਸਲ ਮਾਤਾ ਪਿਤਾ ਤੋਂ ਇਲਾਵਾ ਹੋਰ ਪਰਿਵਾਰ ਵਿੱਚ ਪਰਿਵਾਰਕ ਮਾਹੌਲ ਮੁਹੱਈਆ ਕਰਵਾਇਆ ਜਾਂਦਾ ਹੈ। ਸੋ ਇਸ ਦੇ ਅਧੀਨ ਵੀ 2000 ਪ੍ਰਤੀ ਮਹੀਨਾ ਜਾਂ 3 ਸਾਲਾਂ ਲਈ 18 ਸਾਲ ਦੀ ਉਮਰ ਤੱਕ ਜੋ ਵੀ ਪਹਿਲਾਂ ਹੋਵੇ ਬੱਚਿਆਂ ਨੂੰ ਇਸ ਦੀ ਸਹਾਇਤਾ ਦਿੱਤੀ ਜਾਂਦੀ ਹੈ। ਠੀਕ ਹੈ। ਸੋ ਨੈਕਸਟ ਹੈ ਜਿਹੜੀ ਇੰਪੋਰਟੈਂਟ ਸਕੀਮ ਉਹ ਹੈਗੀ ਹੈ ਦਿਵਿਆਂਗ ਵਿਦਿਆਰਥੀਆਂ ਲਈ ਵਜ਼ੀਫਾ। ਠੀਕ ਹੈ। ਸੋ ਕਿੰਨੇ ਦਿੱਤੇ ਜਾਂਦੇ ਆ ਇਸ ਦੇ ਅਧੀਨ ਪੈਸੇ? ਜਿਹੜੇ ਵੀ ਦਿਵਿਆਂਗ ਵਿਦਿਆਰਥੀ ਹੁੰਦੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਜੋ ਇਹ ਸਕੀਮਾਂ ਹੈ ਉਹ ਚੱਲ ਰਹੀਆਂ ਬੱਚਿਆਂ ਲਈ। ਠੀਕ ਹੈ। ਸੋ ਇਹਨਾਂ ਵਿੱਚੋਂ ਹੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਜਾਣੇ ਆ। ਇਸ ਯੋਜਨਾ ਦੇ ਤਹਿਤ 200 ਰੁਪਇਆ ਵਜ਼ੀਫਾ ਦਿਵਿਆਂਗ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ 1 ਤੋਂ 8ਵੀਂ ਤੱਕ ਦੇ। ਠੀਕ ਹੈ। 9ਵੀਂ ਕਲਾਸ ਤੋਂ ਉੱਪਰਲੀਆਂ ਕਲਾਸਾਂ ਲਈ 300 ਰੁਪਇਆ ਦਿੱਤਾ ਜਾਂਦਾ ਹੈ। ਠੀਕ ਹੈ। ਜੋ ਕਿ 40% ਦਿਵਿਆਂਗ ਹੈ। ਠੀਕ ਹੈ। ਜੋ ਕਿ RPWD ਐਕਟ 2016 ਦੇ ਨਾਲ 29 ਸਾਰਣੀ ਵਿੱਚ ਦਰਜ ਕਰਕੇ ਕਿਸੇ ਇੱਕ ਜਾਂ ਇੱਕ ਤੋਂ ਵੱਧ ਦਿਵਿਆਂਗਤਾ ਤੋਂ ਪੀੜਤ ਹਨ ਉਹਨਾਂ ਨੂੰ ਇਹ ਵਜ਼ੀਫੇ ਦਿੱਤੇ ਜਾਂਦੇ ਆ। ਠੀਕ ਹੈ। ਨੈਕਸਟ ਹੈ ਪੰਜਾਬ ਰਾਜ ਅਧਿਕਾਰ ਕਮਿਸ਼ਨ। ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਰੱਖਿਆ ਲਈ ਪ੍ਰਫੁੱਲਤ ਅਤੇ ਪੈਰਵੀ ਕਰਨ ਲਈ ਰਾਜ ਸਰਕਾਰ ਵੱਲੋਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦਾ ਗਠਨ ਕੀਤਾ ਗਿਆ। ਠੀਕ ਹੈ। ਇਸ ਦਾ ਗਠਨ ਕਿਹੜੇ ਐਕਟ ਦੇ ਤਹਿਤ ਕੀਤਾ ਗਿਆ? ਕਮਿਸ਼ਨ ਫੋਰ ਦਾ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2015 ਦੇ ਸੈਕਸ਼ਨ 17। ਠੀਕ ਹੈ। ਸੈਕਸ਼ਨ 17 ਦੇ ਤਹਿਤ ਮਿਤੀ 5/4/2011 ਨੂੰ ਕੀਤਾ ਗਿਆ। ਠੀਕ ਹੈ। ਕੁਐਸਚਨ ਆਏਗਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਕਦੋਂ ਬਣਿਆ? ਤਾਂ ਉਸ ਦਾ ਆਨਸਰ ਹੋਏਗਾ 2011। ਠੀਕ ਹੈ। ਇਸ ਕਮਿਸ਼ਨ ਦੇ ਵਿੱਚ ਕੀ ਹੈ? ਬੱਚਿਆਂ ਦੇ ਵਿਰੁੱਧ ਹੋ ਰਹੇ ਜੁਰਮ ਜਿਵੇਂ ਕਿ ਅਪਹਰਨ, ਕਤਲ, ਬਲਾਤਕਾਰ ਅਤੇ ਬਾਲ ਮਜ਼ਦੂਰੀ ਆਦਿ ਸੰਬੰਧੀ ਰਾਜ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਪ੍ਰਿੰਟ ਮੀਡੀਆ ਰਾਹੀਂ ਛਪੀਆਂ ਖਬਰਾਂ ਦਾ ਨੋਟਿਸ ਲਿਆ ਜਾਂਦਾ ਹੈ। ਠੀਕ ਹੈ। ਸੋ ਇਹ ਇਸ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਂਦੀਆਂ। ਮੇਨ ਤੁਸੀਂ ਯਾਦ ਰੱਖਣਾ ਕਿ ਕਦੋਂ ਇਹ ਹੋਇਆ ਅਤੇ ਕਿਹੜੇ ਐਕਟ ਦੇ ਤਹਿਤ ਇਹ ਹੋਇਆ। ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2015 ਦੇ ਸੈਕਸ਼ਨ 17 ਦੇ ਅਧੀਨ 2011 ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਹੋਇਆ। ਨੈਕਸਟ ਆਪਣੇ ਕੋਲ ਪੇਂਡੂ ਖੇਤਰਾਂ ਦੀਆਂ ਅਪਾਹਜ ਵਾਲੀਆਂ ਲੜਕੀਆਂ ਦੀ ਹਾਜ਼ਰੀ ਵਜ਼ੀਫਾ ਸਕੀਮ। ਠੀਕ ਹੈ। ਇਹ ਇੱਥੇ ਹੈ ਨਹੀਂ, ਇਹਨਾਂ ਨੇ ਦਿੱਤੀ ਨਹੀਂ ਹੋਈ, ਅਵੇਲੇਬਲ ਨਹੀਂ ਹੈ। ਚਲੋ ਆਪਾਂ ਨੈਕਸਟ ਸਕੀਮ ਦੇਖਦੇ ਹਾਂ। ਨੈਕਸਟ ਸਕੀਮ ਹੈ ਜਿਹੜੀ ਹਾਈ ਸਕੂਲ ਗਾਂਧੀ ਵਨੀਤਾ ਆਸ਼ਰਮ ਜਲੰਧਰ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਫਿਰ ਵੀ ਇੱਕ ਵਾਰੀ ਦੇਖ ਲਓ। ਇਹ ਸਕੂਲ 1948 ਦੇ ਵਿੱਚ ਸਥਾਪਿਤ ਕੀਤਾ ਗਿਆ। ਠੀਕ ਹੈ। ਇਸ ਦੇ ਵਿੱਚ ਸਿਰਫ ਲੜਕੀਆਂ ਦਾ ਦਾਖਲਾ ਹੁੰਦਾ ਹੈ। ਠੀਕ ਹੈ। ਇਸ ਦੀ ਸਮਰੱਥਾ 500 ਬੱਚਿਆਂ ਦੀ ਹੈ। ਪ੍ਰਤੀ ਬੱਚਾ 2000 ਖਰਚ ਕਰਨ ਦੀ ਵਿਵਸਥਾ ਇਸ ਦੇ ਵਿੱਚ ਪ੍ਰਤੀ ਮਹੀਨਾ। ਠੀਕ ਹੈ। ਸੋ ਨੈਕਸਟ ਹੁਣ ਆਪਾਂ ਚੱਲਦੇ ਹਾਂ ਅੱਗੇ
ਵੂਮੈਨ ਸਕੀਮ ਦੇ ਵੱਲ, ਔਰਤਾਂ ਲਈ ਜੋ ਸਕੀਮਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਹੈ। ਠੀਕ ਹੈ, ਇਹ ਮੈਂ ਤੁਹਾਨੂੰ ਬੱਚਿਆਂ ਲਈ ਕਰਵਾਈਆਂ। ਹੁਣ ਆਪਾਂ ਕਰਾਂਗੇ ਜੋ ਵੀ ਔਰਤਾਂ ਲਈ ਸਕੀਮਾਂ ਚੱਲ ਰਹੀਆਂ, ਇਹ ਕਰਵਾਊਂਗਾ ਹੁਣ ਤੁਹਾਨੂੰ। ਔਰਤਾਂ ਲਈ ਇਹ ਸਾਰੀਆਂ ਯੋਜਨਾਵਾਂ ਚੱਲ ਰਹੀਆਂ। ਸਭ ਤੋਂ ਪਹਿਲਾਂ ਸੁਖੀ ਵਨ ਸਟੋਪ ਸੈਂਟਰ ਹੈ। ਠੀਕ ਹੈ, OSC। ਵਨ ਸਟੋਪ ਸੈਂਟਰ ਸਕੀਮ 2015-16 ਤੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਪਰਿਵਾਰ, ਸਮਾਜ, ਕੰਮ ਵਾਲੀ ਥਾਂ, ਪ੍ਰਾਈਵੇਟ ਜਾਂ ਪਬਲਿਕ ਸਥਾਨ ਤੋਂ ਹਿੰਸਾ ਤੋਂ ਪੀੜਤ ਔਰਤਾਂ ਦੀ ਮਦਦ ਕਰਨਾ ਹੈ। ਠੀਕ ਹੈ, ਸੋ ਇਹ ਇਸ ਦਾ ਮੁੱਖ ਉਦੇਸ਼ ਹੈ। ਇਸ ਸਕੀਮ ਦਾ ਕਦੋਂ ਸ਼ੁਰੂ ਹੋਈ? 2015-16 ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ ਵੂਮੈਨ ਹੈਲਪਲਾਈਨ। ਵੂਮੈਨ ਹੈਲਪਲਾਈਨ ਸਕੀਮ ਦੇ ਅਧੀਨ ਹਿੰਸਾ ਤੋਂ ਪੀੜਤ ਔਰਤਾਂ ਨੂੰ 24 ਘੰਟੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਇਹ ਸਕੀਮ ਬਣਾਈ ਗਈ ਹੈ। ਮੁਫਤ ਟੈਲੀਫੋਨ ਨੰਬਰ ਹੈ 24 ਘੰਟੇ। ਠੀਕ ਹੈ, ਇਸ ਦੇ ਵਿੱਚ ਕੀ ਸ਼ਾਮਲ ਹੈ? ਪੁਲਿਸ, ਹਸਪਤਾਲ, ਐਂਬੂਲੈਂਸ ਸੇਵਾਵਾਂ, ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨਾ। ਠੀਕ ਹੈ, ਇਹ ਸਾਰਾ ਕੁਝ ਇਸ ਸਕੀਮ ਦੇ ਅਧੀਨ ਸ਼ਾਮਲ ਹੈ। ਠੀਕ ਹੈ, ਇਹ ਕਿੰਨਾ ਨੰਬਰ ਹੈ? ਵੂਮਨ ਹੈਲਪਲਾਈਨ 181 ਪੰਜਾਬ ਦੇ ਵਿੱਚ। ਸੇਵਾਦਾਰ ਗ੍ਰਹਿ ਸਕੀਮ। ਇਸ ਸਕੀਮ ਅਧੀਨ ਜ਼ਰੂਰਤਮੰਦ ਲੜਕੀਆਂ ਔਰਤਾਂ ਦੀ ਮਦਦ ਲਈ ਪੰਜਾਬ ਰਾਜ ਵਿੱਚ 2 ਸੇਵਾਦਾਰ ਗ੍ਰਹਿ ਘਰ ਅਤੇ ਗੈਰ ਸਰਕਾਰੀ ਸੰਸਥਾਵਾਂ ਐਸੋਸੀਏਸ਼ਨ ਆਫ ਸੋਸ਼ਲ ਹੈਲਥ ਇਨ ਇੰਡੀਅਨ ਅਤੇ ਆਲ ਇੰਡੀਆ ਮਹਿਲਾ ਕਾਨਫਰੰਸ ਵੱਲੋਂ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਚਲਾਏ ਜਾ ਰਹੇ ਹਨ। ਠੀਕ ਹੈ, ਇਸ ਦੇ ਵਿੱਚ ਮੁਫਤ ਖਾਣਾ, ਮੈਡੀਕਲ ਸਹੂਲਤ, ਵੋਕੇਸ਼ਨਲ ਸਿੱਖਿਆ, ਇਹ ਸਾਰਾ ਕੁਛ ਪ੍ਰਦਾਨ ਕੀਤਾ ਜਾਂਦਾ ਹੈ। ਠੀਕ ਹੈ, ਸੋ ਨੈਕਸਟ ਜਿਹੜੀ ਇੰਪੋਰਟੈਂਟ ਸਕੀਮ ਹੈ, ਘਰੇਲੂ ਹਿੰਸਾ ਤੋਂ ਔਰਤ ਦਾ ਰੱਖਿਆ ਐਕਟ 2005। ਠੀਕ ਹੈ, ਸੋ ਇਹ ਇੱਕ ਸਿਵਲ ਕਾਨੂੰਨ ਹੈ ਜੋ ਕਿ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਬਣਾਇਆ ਗਿਆ ਹੈ। ਠੀਕ ਹੈ, ਸੋ ਇਹ ਯਾਦ ਰੱਖਣਾ ਕਿ ਘਰੇਲੂ ਹਿੰਸਾ ਤੋਂ ਪੀੜਤ ਰੱਖਿਆ ਐਕਟ 2005। ਠੀਕ ਹੈ, ਨੈਕਸਟ ਆਪਣੇ ਕੋਲ ਇੰਪੋਰਟੈਂਟ ਪ੍ਰਧਾਨ ਮੰਤਰੀ ਮਾਤਰੂ ਬੰਦਨਾ ਯੋਜਨਾ। ਇਹ ਕਾਫੀ ਇੰਪੋਰਟੈਂਟ ਹੈ। ਇਹ ਕੇਂਦਰੀ ਪ੍ਰਯੋਜਿਤ ਸਕੀਮ ਹੈ ਜੋ 2017 ਤੋਂ ਪੰਜਾਬ ਦੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਠੀਕ ਹੈ, ਸੋ 2017 ਦੇ ਵਿੱਚ ਇਹ ਪੰਜਾਬ ਦੇ ਵਿੱਚ ਸ਼ੁਰੂ ਹੋਈ, ਪ੍ਰਧਾਨ ਮੰਤਰੀ ਮਾਤਰੂ ਬੰਦਨਾ ਯੋਜਨਾ। ਇਹ ਕੁਐਸਚਨ ਪੇਪਰ ਵਿੱਚ ਆਏਗਾ ਕਿ ਕਦੋਂ ਸ਼ੁਰੂ ਹੋਈ? 2017 ਦੇ ਵਿੱਚ। ਇਸ ਦਾ ਉਦੇਸ਼ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ, ਛੋਟੇ ਬੱਚਿਆਂ ਅਤੇ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਇਸ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਦੇ ਉੱਤੇ 5000 ਦਿੱਤੇ ਜਾਂਦੇ ਆ। ਇਹ ਕਾਫੀ ਇੰਪੋਰਟੈਂਟ ਹੈ। ਇਸ ਦੇ ਵਿੱਚ ਜੋ ਵੀ ਪਹਿਲਾ ਬੱਚਾ ਹੁੰਦਾ ਏ, ਠੀਕ ਹੈ, ਤਾਂ ਉਹਨਾਂ ਔਰਤਾਂ ਨੂੰ 5000 ਦਿੱਤੇ ਜਾਂਦੇ ਆ ਕਿਸ਼ਤਾਂ ਦੇ ਵਿੱਚ। ਪਹਿਲਾਂ 1000 ਰੁਪਇਆ ਮਿਲਦਾ, ਫਿਰ 2000, ਫਿਰ 2000। ਠੀਕ ਹੈ, ਸੋ ਸੈਂਟਰ ਦਾ ਸ਼ੇਅਰ ਇਸ ਦੇ ਵਿੱਚ 60% ਹੈ, ਸਟੇਟ ਦਾ 40% ਹੈ। ਪੇਪਰ ਵਿੱਚ ਪੁੱਛਿਆ ਜਾ ਸਕਦਾ ਕਿ ਇਸ ਦੀ ਸਕੀਮ ਅਧੀਨ ਕਿੰਨੀ ਅਮਾਊਂਟ ਦਿੱਤੀ ਜਾਂਦੀ ਹੈ, ਤਾਂ 5000। 2017 ਤੋਂ ਇਹ ਪੰਜਾਬ ਦੇ ਵਿੱਚ ਚਾਲੂ ਹੋ ਗਈ। ਠੀਕ ਹੈ, 19 ਸਾਲ ਤੋਂ ਵੱਧ ਦੀਆਂ ਔਰਤਾਂ ਇਸ ਦੇ ਵਿੱਚ ਸ਼ਾਮਲ ਹੈ। ਠੀਕ ਹੈ, ਸਰਕਾਰੀ ਨੌਕਰੀ ਜਾਂ ਕਰਦਾਤਾ ਨਹੀਂ ਹੋਣਾ ਚਾਹੀਦਾ ਤਾਂ ਇਸ ਸਕੀਮ ਦਾ ਲਾਭ ਮਿਲਦਾ ਹੈ। ਠੀਕ ਹੈ, ਸੋ ਇਹ ਕਾਫੀ ਇੰਪੋਰਟੈਂਟ ਹੈ। 2017 ਦੇ ਵਿੱਚ ਇਹ ਲਾਗੂ ਹੋਈ। 5000 ਜਿਸ ਦੇ ਅਧੀਨ ਕਿਸ਼ਤਾਂ ਦੇ ਵਿੱਚ 1000 + 2000 + 2000 ਦਿੱਤਾ ਜਾਂਦਾ ਹੈ। ਪੰਜਾਬ ਰਾਜ ਸਮਾਜ ਭਲਾਈ ਬੋਰਡ। ਇਸ ਦੀ ਸਥਾਪਨਾ 1954 ਨੂੰ ਕੇਂਦਰੀ ਸਮਾਜ ਭਲਾਈ ਬੋਰਡ ਅਤੇ ਪੰਜਾਬ ਸਰਕਾਰ ਦੀ ਸਹਿਮਤੀ ਨਾਲ ਕੀਤੀ ਗਈ। ਇਸ ਦਾ ਮੰਤਵ ਹੈ ਪੰਜਾਬ ਰਾਜ ਵਿੱਚ ਔਰਤਾਂ ਅਤੇ ਬੱਚਿਆਂ ਦੀ ਭਲਾਈ ਦੀਆਂ ਸਕੀਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਰਾਹੀਂ ਲਾਗੂ ਕਰਨਾ ਹੈ। ਠੀਕ ਹੈ, ਆਂਗਣਵਾੜੀ ਸੈਂਟਰਾਂ ਰਾਹੀਂ ਬੋਰਡ ਵੱਲੋਂ ਔਰਤਾਂ ਅਤੇ ਬੱਚਿਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਲਾਭ ਦਿੱਤਾ ਜਾਂਦਾ ਹੈ। ਠੀਕ ਹੈ,
1954 ਵਿੱਚ ਇਹ ਸਕੀਮ ਹੈ ਜਿਹੜੀ ਇਹ ਚਾਲੂ ਹੋਈ। ਇਸ ਦੀ ਸਥਾਪਨਾ 1954 ਵਿੱਚ ਹੋਈ ਬੋਰਡ ਦੀ। ਨੈਕਸਟ ਹੈਗਾ ਪੰਜਾਬ ਰਾਜ ਮਹਿਲਾ ਕਮਿਸ਼ਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਗਠਨ ਕਦੋਂ ਹੋਇਆ? 1998 ਦੇ ਵਿੱਚ। ਕਾਫੀ ਇੰਪੋਰਟੈਂਟ ਹੈ। ਔਰਤਾਂ ਦੇ ਹੱਕਾਂ ਦੀ ਰਾਖੀ, ਉਹਨਾਂ ਦਾ ਪੱਧਰ ਉੱਚਾ ਚੁੱਕਣ ਲਈ, ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ, ਇਨਸਾਫ ਦਿਵਾਉਣ ਲਈ ਇਹ ਕਮਿਸ਼ਨ ਕੰਮ ਕਰਦਾ ਹੈ। ਠੀਕ ਹੈ। ਸੋ ਇਹ ਔਰਤਾਂ ਲਈ ਇੰਪੋਰਟੈਂਟ ਸਕੀਮਾਂ, ਠੀਕ ਹੈ, ਲਗਭਗ ਮੈਂ ਤੁਹਾਨੂੰ ਕਰਵਾਏ ਦਈਆਂ ਸਾਰੀਆਂ ਜੋ ਵੀ ਇੰਪੋਰਟੈਂਟ ਹੈ। ਨੈਕਸਟ ਹੈ ਦਿਵਿਆਂਗ ਜਨਾਂ ਲਈ ਸਕੀਮਾਂ। ਇੱਕ ਵਾਰੀ ਇਹਨਾਂ ਨੂੰ ਵੀ ਦੇਖ ਲੈਂਦੇ ਆਪਾਂ। ਦਿਵਿਆਂਗ ਜਨਾਂ ਲਈ ਇਹ ਸਕੀਮਾਂ ਚੱਲ ਰਹੀਆਂ ਅਲੱਗ-ਅਲੱਗ, ਠੀਕ ਹੈ, ਪਰ ਤੁਹਾਡੇ ਲਈ ਜ਼ਿਆਦਾਤਰ ਚਾਈਲਡ ਐਂਡ ਵੂਮਨ ਸਕੀਮਾਂ ਇੰਪੋਰਟੈਂਟ ਹੈ। ਸੀਨੀਅਰ ਸਿਟੀਜ਼ਨ ਵੀ ਲਈ ਵੀ ਸਕੀਮਾਂ ਚੱਲ ਰਹੀਆਂ ਹੈ। ਓਲਡ ਏਜ ਹੋਮਸ ਹੈ ਜਿਵੇਂ ਕਿ, ਠੀਕ ਹੈ। ਉਸ ਤੋਂ ਇਲਾਵਾ ਪੈਨਸ਼ਨ, ਹੋਰ ਵਿੱਤੀ ਸਹਾਇਤਾ ਸਕੀਮਾਂ ਜੋ ਕਿ ਚੱਲ ਰਹੀਆਂ ਹੈ ਪੰਜਾਬ ਸਰਕਾਰ ਵੱਲੋਂ, ਠੀਕ ਹੈ। ਪਰ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਹੈ ਚਾਈਲਡ ਐਂਡ ਵੂਮਨ ਸਕੀਮਸ, ਠੀਕ ਹੈ। ਸੋ ਜੇ ਤੁਸੀਂ ਇਸ ਦਾ ਲਿੰਕ ਲੈਣਾ ਚਾਹੁੰਦੇ ਹੋ ਇਸ ਵੈਬਸਾਈਟ ਦਾ, ਖੁਦ ਵੀ ਤੁਸੀਂ ਪੜ੍ਹ ਸਕਦੇ ਹੋ। ਅਲੱਗ-ਅਲੱਗ ਜੋ ਪੈਨਸ਼ਨ ਸਕੀਮਾਂ ਉਹ ਵੀ ਤੁਸੀਂ ਪੜ੍ਹ ਲਿਓ ਇੱਕ ਵਾਰੀ, ਠੀਕ ਹੈ। ਵਿਧਵਾ ਔਰਤਾਂ ਲਈ ਪੈਨਸ਼ਨ, ਆਸ਼ਰਿਤ ਬੱਚਿਆਂ ਲਈ ਵਿੱਤੀ ਸਹਾਇਤਾ, ਦਿਵਿਆਂਗਾਂ ਲਈ ਵਿੱਤੀ ਸਹਾਇਤਾ, ਬੁਢਾਪਾ ਪੈਨਸ਼ਨ ਵਗੈਰਾ, ਠੀਕ ਹੈ। ਇਹਨਾਂ ਵਿੱਚੋਂ ਇੱਕ ਅੱਧਾ ਕੁਐਸਚਨ ਆ ਸਕਦਾ ਹੈ। ਸੋ ਇਸ ਦਾ ਮੈਂ ਲਿੰਕ ਦੇ ਦੂੰਗਾ, ਠੀਕ ਹੈ। ਜੋ ਇਹ ਵੈਬਸਾਈਟ ਹੈ ਇਸ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਲਿੰਕ ਦੇ ਦੂੰਗਾ। ਮੇਰੇ WhatsApp ਦੇ ਉੱਤੇ ਲਿੰਕ ਲੈ ਲਿਓ, ਉੱਥੇ ਤੁਸੀਂ ਆਪ ਇਹਨਾਂ ਨੂੰ ਪੜ੍ਹ ਲਿਓ ਇੱਕ ਵਾਰੀ, ਠੀਕ ਹੈ। ਬਾਕੀ ਇੰਪੋਰਟੈਂਟ ਸਕੀਮਾਂ ਮੈਂ ਤੁਹਾਨੂੰ ਸਾਰੀਆਂ ਕਰਵਾ ਚੁੱਕਿਆ ਹੈ। ਅਤੇ ਜਿਨ੍ਹਾਂ ਨੇ ਵੀ ਨੋਟਸ ਲੈਣੇ ਆ WhatsApp ਦੇ ਉੱਤੇ ਮੈਸੇਜ ਕਰ ਲਓ, ਠੀਕ ਹੈ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।